ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਗੈਂਗਸਟਰ ਅਤੇ ਭਗਵੰਤ ਮਾਨ ਦੀ ਨਵੀਂ ਐਸਟੀਐਫ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਵੱਲੋਂ ਸੂਬੇ 'ਚ ਅਮਨ ਅਤੇ ਕਾਨੂੰਨ ਦੀ ਸਥਿਤੀ ਕਾਇਮ ਕਰਨ ਨੂੰ ਲੈ ਕੇ ਵੱਡੇ ਪੱਧਰ ਤੇ ਇਸ ਮੁੱਦੇ ਨੂੰ ਉਭਾਰਿਆ ਗਿਆ, ਲੋਕਾਂ 'ਚ ਲਿਜਾਇਆ ਗਿਆ, ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ। ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ 15 ਦਿਨ ਬਾਅਦ ਹੀ ਸੂਬੇ ਦੇ ਵਿੱਚ ਲਗਭਗ ਸਾਰੇ ਐਸਐਸਪੀ ਬਦਲ ਦਿੱਤੇ ਜਾਂਦੇ ਨੇ, ਜਿਨ੍ਹਾਂ ਨਾਲ ਅੱਜ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੀਟਿੰਗ ਕਰਦੇ ਨੇ। ਉਸ ਮੀਟਿੰਗ 'ਚ ਕਈ ਤਰ੍ਹਾਂ ਦੇ ਆਦੇਸ਼ ਜਾਰੀ ਕਰਦੇ ਨੇ, ਕਈ ਕੁਝ ਹੁੰਦਾ ਹੈ। ਅਸੀਂ ਜਾਣਨਾ ਚਾਹਾਂਗੇ ਅੱਜ ਜਿਹੜੀ ਭਗਵੰਤ ਸਿੰਘ ਮਾਨ ਦੀ ਐਸਐਸਪੀਆਂ ਨਾਲ ਮੀਟਿੰਗ ਹੋਈ ਹੈ, ਇਸ ਮੀਟਿੰਗ ਦਾ ਕੀ ਮੁੱਖ ਮੰਤਵ ਸੀ, ਕੀ ਉਸ 'ਚ ਵੱਡੇ ਫੈਸਲੇ ਲਏ ਗਏ ਤੇ ਤੁਸੀਂ ਇਸ ਮੀਟਿੰਗ ਨੂੰ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਆਪਾਂ ਕਈ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਸਹੀ ਮਾਅਨਿਆਂ ਦੇ ਵਿੱਚ ਅਸੀਂ ਇਹ ਕਹਿ ਲਈਏ ਵੀ ਜਿਹੜਾ ਅਸਲੀ ਰਾਜ ਹੈ, ਲੋਕਾਂ ਦੀਆਂ ਜ਼ਿੰਦਗੀਆਂ ਸਵਰਗ ਵਰਗੀਆਂ, ਜਿਹੜੀਆਂ ਅਸੀਂ ਨਾਂ ਹੀ ਸੁਣਦੇ ਹਾਂ ਵੀ ਸਵਰਗ ਵਰਗੀਆਂ ਹੋਣ, ਉਹ ਹੁੰਦਾ ਕਾਨੂੰਨ ਦਾ ਰਾਜ, ਜੀ ਸੰਵਿਧਾਨ ਦਾ ਰਾਜ। ਜੋ ਸਾਡੇ ਮੁਲਕ ਦੇ ਵਿੱਚ ਕਾਨੂੰਨ ਹੈ, ਉਸ ਕਾਨੂੰਨ ਦਾ ਰਾਜ ਲਾਗੂ ਹੋਵੇ ਅਤੇ ਉਸ ਕਾਨੂੰਨ ਨੂੰ ਲਾਗੂ ਕਰਨ ਵਾਲੀ ਜਿਹੜੀ ਸਭ ਤੋਂ ਪਹਿਲੀ ਫੋਰਸ ਹੁੰਦੀ ਹੈ, ਉਹ ਕਿਸੇ ਵੀ ਸੂਬੇ ਦੀ, ਕਿਸੇ ਵੀ ਮੁਲਕ ਦੀ, ਉਹ ਪੁਲਿਸ ਹੁੰਦੀ ਹੈ। ਇਹਨਾਂ ਸੰਸਥਾਵਾਂ ਦੇ ਵਿੱਚ ਨਿਘਾਰ ਉਦੋਂ ਆਉਂਦਾ ਹੈ ਜਦੋਂ ਪੁਲਿਸ ਜਾਂ ਕਿਸੇ ਵੀ ਸੰਸਥਾ ਜਾਂ ਕੋਈ ਆਰਗੇਨਾਈਜੇਸ਼ਨ ਜਿਹੜੀ ਕਾਨੂੰਨ ਨੂੰ ਲਾਗੂ ਕਰਨ ਵਾਲੀ ਇੱਕ ਸੰਸਥਾ ਹੁੰਦੀ ਹੈ, ਕੋਈ ਏਜੰਸੀ ਹੁੰਦੀ ਹੈ, ਉਹਦੇ ਵਿੱਚ ਸਿਆਸੀ ਦਖਲ ਵੱਧ ਜਾਂਦਾ ਹੈ। ਪੰਜਾਬ ਦੇ ਮਸਲੇ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਵੀ ਚਲੋ ਅੱਜ ਸਾਡੇ ਨਵੇਂ ਚੀਫ ਮਿਨਿਸਟਰ ਭਗਵੰਤ ਮਾਨ ਨੇ ਗੈਂਗਸਟਰਜ਼ ਨਾਲ ਸਿੱਝਣ ਲਈ ਇੱਕ ਨਵੀਂ ਐਸਟੀਐਫ ਦੇ ਗਠਨ ਦਾ ਐਲਾਨ ਕੀਤਾ ਹੈ। ਜੀ ਕਿਉਂਕਿ ਗੈਂਗਸਟਰਜ਼ ਦੀਆਂ ਜਿਹੜੀਆਂ ਗਤੀਵਿਧੀਆਂ ਵੱਧਦੀਆਂ ਨੇ ਤਾਂ ਕਾਨੂੰਨ ਵਿਵਸਥਾ ਦੀ ਸਥਿਤੀ ਜਿਹੜੀ ਆ ਉਹ ਵਿਗੜਦੀ ਹੈ। ਰੋਜ਼ ਅਸੀਂ ਦੇਖਦੇ ਹਾਂ ਗੈਂਗ ਵਾਰਜ਼ ਦੇ ਵਿੱਚ ਕਤਲ ਹੋ ਰਹੇ ਨੇ, ਲੋਕਾਂ ਤੋਂ ਫਰੌਤੀ ਮੰਗੀ ਜਾ ਰਹੀ ਹੈ, ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਅਤੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈਗਾ। ਜੀ ਵਾਕਈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਹੈ ਬਹੁਤ ਗੰਭੀਰ ਬਣੀ ਹੋਈ ਹੈ। ਰੋਜ਼ਾਨਾ ਜਿਹੜੇ ਹੈ ਉਹ ਕਤਲ ਹੋ ਰਹੇ ਨੇਗੇ। ਇਸ ਸਾਰੇ ਦੌਰ ਦੇ ਵਿੱਚ ਅਸੀਂ ਜਦੋਂ ਇੱਕ ਜਿਹੜਾ ਵੱਖਰਾ ਪਹਿਲੂ ਦੇਖਦੇ ਹਾਂ ਉਹ ਇਹ ਦੇਖਦੇ ਹਾਂ ਵੀ ਜਿਹੜੀ ਪੁਲਿਸ ਹੈ ਉਹ ਸੱਤਾਧਾਰੀ ਪਾਰਟੀਆਂ ਦਾ ਇੱਕ ਆਰਮਡ ਵਿੰਗ ਬਣ ਜਾਂਦੀ ਹੈ, ਉਹਨਾਂ ਦਾ ਇੱਕ ਹਥਿਆਰਬੰਦ ਦਸਤਾ ਬਣ ਜਾਂਦੀ ਹੈ। ਵੀ ਜਿਹੜੇ ਕਿਸੇ ਵੀ ਵਿਰੋਧੀ 'ਤੇ, ਚਾਹੇ ਉਹ ਵਿਜੀਲੈਂਸ ਦਾ ਪਰਚਾ ਦੇਣਾ ਹੈ, ਚਾਹੇ ਉਹ ਝੂਠਾ ਕਤਲ ਦਾ ਦੇਣਾ ਹੈ, ਇਰਾਦਾ ਕਤਲ ਦਾ ਦੇਣਾ ਹੈ, 326 ਬਣਾਉਣੀ ਹੈ, ਕੀ ਬਣਾਉਣੀ ਹੈ, ਚਾਹੇ ਯੂਪੀ ਬਿਹਾਰ 'ਚ ਬੈਠੇ ਤੇ ਇੱਥੇ ਪਰਚਾ ਦਰਜ ਕਰਾਉਣਾ ਹੈ ਜਾਂ ਕਿਸੇ ਵਿਦੇਸ਼ ਬੈਠੇ ਤੇ ਪਰਚਾ ਦਰਜ ਕਰਾਉਣਾ ਹੈ, ਉਹ ਇਸ ਤਰ੍ਹਾਂ ਦਾ ਜਦੋਂ ਹੋ ਜਾਂਦਾ ਹੈ ਉਹ ਫਿਰ ਅਸੀਂ ਉਹਨੂੰ ਕਾਨੂੰਨ ਦਾ ਰਾਜ ਨਹੀਂ ਕਹਿ ਸਕਦੇ, ਉਹਨੂੰ ਅਸੀਂ ਜੰਗਲ ਦਾ ਰਾਜ ਕਹਾਂਗੇ। ਜਿਹੜਾ ਕਿ ਪਿਛਲੇ ਅਕਾਲੀਆਂ ਦੇ ਦੌਰ ਦੇ ਵਿੱਚ ਵੀ ਰੌਲਾ ਪੈਂਦਾ ਰਿਹਾ, ਉਸ ਜੰਗਲ ਦੇ ਰਾਜ ਦਾ ਕਾਂਗਰਸ ਦੇ ਦੌਰ ਦੇ ਵਿੱਚ ਵੀ ਪੈਂਦਾ ਰਿਹਾ। ਇਹਦਾ ਸਭ ਤੋਂ ਵੱਡਾ ਸਬੂਤ ਇਹ ਹੈ ਵੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਝੂਠੇ ਪਰਚੇ ਦਰਜ ਹੋਏ ਨੇ ਉਹਨਾਂ ਦੇ ਹੱਲ ਲਈ ਇੱਕ ਕਮਿਸ਼ਨ ਬਣਾਇਆ ਜਾਊਗਾ ਅਤੇ ਉਹ ਝੂਠੇ ਪਰਚੇ ਨੇ ਜਿਹੜੇ ਉਹ ਕੈਂਸਲ ਕੀਤੇ ਜਾਣਗੇ। ਇਹਦਾ ਮਤਲਬ ਮੌਜੂਦਾ ਸਰਕਾਰ ਨੂੰ ਇਹ ਪਤਾ ਹੈ ਵੀ ਝੂਠੇ ਪਰਚੇ ਪਿਛਲੇ ਦੌਰ ਦੇ ਵਿੱਚ ਹੋਏ ਨੇ। ਜੀ ਜੇ ਤਾਂ ਇਹਨਾਂ ਦੀ ਮਨਸ਼ਾ ਲੋਕਾਂ ਨੂੰ ਕਾਨੂੰਨ ਦਾ ਰਾਜ ਦੇਣ ਦੀ ਹੈ, ਫਿਰ ਤਾਂ ਅਸੀਂ ਉਹਦਾ ਬਹੁਤ ਜ਼ੋਰਦਾਰ ਤਰੀਕੇ ਨਾਲ ਸਵਾਗਤ ਕਰਦੇ ਹਾਂ। ਅਸੀਂ ਇਕੱਲੇ ਨਹੀਂ ਕਰਾਂਗੇ, ਸਾਰਾ ਪੰਜਾਬ ਇਸ ਗੱਲ ਦਾ ਸਵਾਗਤ ਕਰੂ ਜੀ ਜੇ ਜੰਗਲ ਰਾਜ ਦੇਣਾ ਹੈਗਾ। ਜਿਵੇਂ ਹੁਣ ਪਿਛਲੇ ਦੌਰ ਦੇ ਵਿੱਚ ਕੀ ਹੋ ਰਿਹਾ ਹੈ, ਟਰੱਕ ਯੂਨੀਅਨਾਂ 'ਤੇ ਕਬਜ਼ੇ ਹੋ ਰਹੇ ਨੇ, ਜੀ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਜੀ ਇਹਦਾ ਮਤਲਬ ਪੁਲਿਸ ਜਿਹੜੀ ਹੈ ਉਹ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨਾਲ ਰਲ ਗਈ। ਬਿਲਕੁਲ। ਜੇ ਤਾਂ ਇਸੇ ਤਰ੍ਹਾਂ ਦਾ ਪ੍ਰਭਾਵ ਦੇਣਾ ਹੈ, ਫਿਰ ਅਸੀਂ ਇਹਨੂੰ ਕਾਨੂੰਨ ਦਾ ਰਾਜ ਨਹੀਂ ਕਹਿ ਸਕਦੇ। ਇਹਦੇ 'ਤੇ ਕੁਐਸਚਨ ਉੱਠੂਗਾ ਹੀ ਉੱਠੂਗਾ, ਇਹ 'ਤੇ ਸਵਾਲ ਵੀ ਉੱਠਣਗੇ, ਇਹ 'ਤੇ ਉਂਗਲਾਂ ਵੀ ਉੱਠਣਗੀਆਂ। ਲੈ ਦੇ ਕੇ ਲੋਕਾਂ ਨੇ ਕਹਿਣ ਲੱਗ ਜਾਣਾ ਵੀ ਜੀ ਪਹਿਲਾਂ ਵਰਗਾ ਹੀ ਹਾਲ ਹੈ, ਜੀ ਪਹਿਲਾਂ ਵਾਲੀ ਵਰਗੇ ਇਹ ਨੇ। ਇਸ ਲਈ ਸਭ ਤੋਂ ਪਹਿਲਾਂ ਸਰਕਾਰ ਦਾ ਜਿਹੜਾ ਫਰਜ਼ ਬਣਦਾ ਹੈ, ਜੇ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ, ਚਾਹੇ ਉਹ ਮੁਨਸ਼ੀ ਹੋਵੇ, ਚਾਹੇ ਚੌਂਕੀ ਇੰਚਾਰਜ ਹੋਵੇ, ਚਾਹੇ ਐਸਐਚਓ ਹੋਵੇ, ਚਾਹੇ ਡੀਐਸਪੀ ਹੋਵੇ, ਚਾਹੇ ਐਸਪੀ ਹੋਵੇ, ਚਾਹੇ ਟ੍ਰੈਫਿਕ ਇੰਚਾਰਜ ਹੋਵੇ, ਚਾਹੇ ਐਸਐਸਪੀ ਹੋਵੇ, ਸਿਆਸੀ ਬੰਦਿਆਂ ਦੀ ਸਿਫਾਰਿਸ਼ 'ਤੇ ਜਦੋਂ ਨਿਯੁਕਤੀਆਂ ਹੋਣ ਲੱਗ ਗਈਆਂ, ਜਿਹੜੇ 25-25 30-30 ਸਾਲ ਤੋਂ ਫੀਲਡ ਦੇ ਵਿੱਚ ਐਸਐਸਪੀ ਲੱਗੇ ਹੋਏ ਨੇ, ਜੋ ਅਜੇ ਵੀ ਕਮਿਸ਼ਨਰ ਲੱਗੇ ਰਹਿਣਗੇ, ਅਜੇ ਵੀ ਵਧੀਆ ਪੋਸਟਾਂ 'ਤੇ ਵੱਡੇ ਰਹਿਣਗੇ, ਜੇ ਉਹ ਇਹਨਾਂ ਹੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਮੈਨੇਜ ਕਰਕੇ, ਉਹਨਾਂ ਨੂੰ ਤੋਹਫੇ ਦੇ ਕੇ ਜਾਂ ਕੁਛ ਕਰਕੇ ਮੈਨੇਜ ਕਰ ਲੈਣਗੇ, ਫਿਰ ਜਿਹੜਾ ਹੈ ਹਾਲਾਤ ਦੇ ਵਿੱਚ ਬਹੁਤਾ ਸੁਧਾਰ ਲੋਕਾਂ ਨੂੰ ਨਜ਼ਰ ਨਹੀਂ ਆਊਗਾ। ਜੀ ਇਸ ਲਈ ਸਰਕਾਰ ਦੀ ਨੀਅਤ ਅਤੇ ਨੀਤੀ ਜੀ ਸਪਸ਼ਟ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ 10 ਤਰੀਕ ਤੋਂ ਜਦੋਂ ਤੋਂ ਰਿਜ਼ਲਟ ਆਏ ਨੇ, ਅਸੀਂ ਇੱਕ ਗੱਲ ਦਾ ਕਲੀਅਰ ਕਰਦੇ ਹਾਂ ਵੀ ਲੋਕਾਂ ਨੂੰ ਬਦਲਾਵ ਦੇ ਜਿਹੜੇ ਬਦਲਾਵ ਦੇ ਨਾਂ 'ਤੇ ਆਮ ਆਦਮੀ ਪਾਰਟੀ ਵੋਟਾਂ ਲੈ ਕੇ ਸੱਤਾ 'ਚ ਆਈ ਹੈ, ਜੀ ਉਹ ਬਦਲਾਵ ਦਿਸਣਾ ਚਾਹੀਦਾ ਹੈ।
ਉਹ ਬਦਲਾਵ ਮਤਲਬ ਇਹ ਨਹੀਂ ਵੀ ਪੱਗਾਂ ਦੇ ਰੰਗ ਬਦਲ ਗਏ ਜਾਂ ਕੁਰਸੀਆਂ ਤੇ ਬੈਠਿਆਂ ਦੇ ਚਿਹਰੇ ਬਦਲ ਗਏ। ਉਸ ਤਰ੍ਹਾਂ ਦਾ ਬਦਲਾਵ ਨਹੀਂ ਲੋਕ ਚਾਹੁੰਦੇ ਸੀ। ਜੀ। ਲੋਕ ਬਦਲਾਅ ਚਾਹੁੰਦੇ ਨੇ ਕਾਨੂੰਨ ਦਾ ਰਾਜ ਹੋਵੇ। ਲੋਕ ਬਦਲਾਅ ਚਾਹੁੰਦੇ ਨੇ ਥਾਣਿਆਂ 'ਚੋਂ ਕਰਪਸ਼ਨ ਖਤਮ ਹੋਵੇ। ਲੋਕ ਬਦਲਾਅ ਚਾਹੁੰਦੇ ਨੇ ਵੀ ਜੇ ਬਿਜਲੀ ਉਹਨਾਂ ਦੀ ਖਰਾਬ ਹੋ ਗਈ ਲਾਈਨਮੈਨ ਠੀਕ ਕਰਨ ਆ ਜੇ। ਜੀ। ਲੋਕ ਬਦਲਾਅ ਚਾਹੁੰਦੇ ਨੇ ਪਟਵਾਰੀ, ਕਾਨੂੰਗੋ, ਤਹਿਸੀਲਦਾਰ ਰਿਸ਼ਵਤ ਨਾ ਮੰਗਣ। ਹਜੇ ਫਰਕ ਪਿਆ ਹੈ। ਮੁੱਢਲੇ ਤੌਰ ਤੇ ਰਿਪੋਰਟਾਂ ਇਹੀ ਆ ਰਹੀਆਂ ਨੇ ਵੀ ਰਿਸ਼ਵਤ ਘਟੀ ਹੈ। ਜੀ। ਪਰ ਇਹ ਅਮਲ ਜਿਹੜਾ ਹੈ 5 ਸਾਲ ਨਹੀਂ ਸਦਾ ਲਈ ਕਾਇਮ ਰਹਿਣਾ ਚਾਹੀਦਾ ਹੈ, ਜਿਹਦਾ ਕਿ ਸਵਾਗਤ ਕਰਨਾ ਬਣਦਾ ਹੈ। ਜਿਹੜੀ ਗੱਲ ਅੱਜ ਐਸਟੀਐਫ ਬਣਾਈ ਹੈ, ਅਸੀਂ ਜੇ ਇਹਦੇ ਪਿਛੋਕੜ 'ਚ ਜਾਈਏ, ਜੀ। ਗੈਂਗਸਟਰਸ ਵਾਲੇ ਇਸ਼ੂ ਤੇ ਅਸੀਂ ਕਰੀਏ, ਪਿਛਲੇ 8-10 ਸਾਲ ਤੋਂ ਰੌਲਾ ਪੈਂਦਾ ਜੀ ਮਹਾਰਾਸ਼ਟਰ ਦੀ ਤਰਜ਼ ਤੇ ਪਕੋਕਾ ਲਿਆਓ, ਪੰਜਾਬ ਆਰਗੇਨਾਈਜ਼ਡ ਕ੍ਰਾਈਮ ਕਾਨੂੰਨ ਐਕਟ। ਮਹਾਰਾਸ਼ਟਰ ਦੇ ਵਿੱਚ ਵੀ ਹੈ। ਕੀ ਕਾਨੂੰਨ ਲਾਗੂ ਹੋਣ ਨਾਲ ਕਦੇ ਮਸਲੇ ਹੱਲ ਹੋਏ ਨੇ? ਇਸ ਮੁਲਕ ਦੇ ਵਿੱਚ ਟਾਡਾ ਵੀ ਆਇਆ, ਪੋਟਾ ਵੀ ਆਇਆ, ਯੂਏਪੀਏ ਵਰਗੇ ਵੱਡੇ ਸੰਦ ਵੀ ਹੈਗੇ ਨੇ ਜਿਹੜੇ ਪੰਜਾਬ ਪੁਲਿਸ ਜਾਂ ਹੋਰ ਕਿਸੇ ਵੀ ਸੂਬੇ ਦੀ ਪੁਲਿਸ ਵਿਰੋਧੀ ਧਿਰਾਂ ਦੇ ਆਗੂਆਂ ਤੇ ਜਾਂ ਹੋਰ ਕ੍ਰਿਮੀਨਲ ਬੰਦਿਆਂ ਤੇ ਦਰਜ ਕਰਦੀਆਂ ਨੇ। ਜੀ। ਇਸ ਲਈ ਕਾਨੂੰਨ ਦੀ ਕਮੀ ਨਹੀਂ। ਜੇ ਨਸ਼ਿਆਂ ਦਾ ਸੁਦਾਗਰ ਕੋਈ ਫੜਿਆ ਜਾਂਦਾ ਹੈ, ਸਮਗਲਰ ਕੋਈ ਫੜਿਆ ਜਾਂਦਾ ਹੈ, ਤਾਂ ਉਹਦੇ ਲਈ ਵੀ ਜਿਹੜਾ ਹੈ ਐਨਡੀਪੀਐਸ ਐਕਟ ਹੈ ਜਿਹੜਾ ਉਹ ਬਹੁਤ ਸਟਰੋਂਗ ਐਕਟ ਹੈਗਾ। ਬਿਲਕੁਲ। ਸ਼ਰਾਬ ਫੜੀ ਜਾਂਦੀ ਹੈ ਤਾਂ ਐਕਸਾਈਜ਼ ਐਕਟ ਹੈਗਾ। ਇਸ ਲਈ ਕਾਨੂੰਨਾਂ ਦੀ ਕੋਈ ਕਮੀ ਨਹੀਂ, ਪੁਲਿਸ ਦੀ ਕੋਈ ਕਮੀ ਨਹੀਂ, ਟਾਸਕ ਫੋਰਸਾਂ ਦੀ ਕੋਈ ਕਮੀ ਨਹੀਂ। ਕਮੀ ਜੇ ਹੁੰਦੀ ਹੈ ਕਿਸੇ ਵੀ ਸਰਕਾਰ ਦੀ ਨੀਅਤ 'ਚ ਕਮੀ ਹੁੰਦੀ ਹੈਗੀ। ਅਸੀਂ ਇਸ ਗੱਲ ਨੂੰ ਇਹ ਕਹਿੰਦੇ ਹਾਂ ਵੀ ਕਾਨੂੰਨ ਜਾਂ ਪੁਲਿਸ ਦੇ ਵਿੰਗ ਖੜੇ ਕਰਨ ਨਾਲ ਜਿਹੜਾ ਕਾਨੂੰਨ ਦਾ ਰਾਜ ਸਥਾਪਿਤ ਨਹੀਂ ਹੋਣਾ। ਕਾਨੂੰਨ ਦਾ ਰਾਜ ਸਥਾਪਿਤ ਹੋਣਾ ਜਦੋਂ ਇੱਕ ਮੈਸੇਜ ਆਊਗਾ, ਐਸਐਚਓ ਨੂੰ ਮੈਸੇਜ ਆਊਗਾ ਵੀ ਤੈਨੂੰ ਪੁੱਠਾ ਟੰਗ ਦਿੱਤਾ ਜਾਊਗਾ ਜੇ ਕਿਸੇ ਕ੍ਰਿਮੀਨਲ ਨਾਲ ਤੂੰ ਰਲਿਆ ਹੈ, ਜੇ ਕਿਸੇ ਸਿਆਸਤਦਾਨ ਦੇ ਕਹੇ ਤੋਂ ਤੂੰ ਕ੍ਰਿਮੀਨਲ ਛੱਡਿਆ ਹੈ, ਜਾਂ ਕਿਸੇ ਸਿਆਸਤਦਾਨ ਦੇ ਕਹੇ ਤੋਂ ਤੂੰ ਭੋਲੇ ਭਾਲੇ ਸ਼ਰੀਫ ਬੰਦੇ ਤੇ ਪਰਚਾ ਦਰਜ ਕੀਤਾ ਹੈ। ਉਦੋਂ ਜਿਹੜਾ ਮੈਸੇਜ, ਉਹ ਜਿਹੜਾ ਸਟਰੋਂਗ ਮੈਸੇਜ ਆਊਗਾ, ਉਹਦੇ ਨਾਲ ਗੈਂਗਸਟਰਸ ਨੂੰ ਵੀ ਅਕਲ ਆਊਗੀ, ਜਿਹੜਾ ਨਸ਼ਿਆਂ ਦੇ ਸੁਦਾਗਰਾਂ ਨੂੰ ਵੀ ਅਕਲ ਆਊਗੀ, ਤੇ ਸਾਰਿਆਂ ਨੂੰ ਜਿਹੜਾ ਹੈ ਉਹ ਭਾਜੜਾਂ ਉਦੋਂ ਪੈਣਗੀਆਂ। ਕਿਸੇ ਵਿੰਗ ਦੇ ਸਥਾਪਿਤ ਹੋਣ ਨਾਲ ਮੈਨੂੰ ਲੱਗਦਾ ਵੀ ਨਹੀਂ ਪੈਣਗੀਆਂ। ਪਰ ਫਿਰ ਵੀ ਅਸੀਂ ਕਹਿੰਦੇ ਹਾਂ ਵੀ ਚਲੋ ਜੇ ਮਨਸ਼ਾ ਸਹੀ ਹੈ ਤਾਂ ਉਹ ਪਤਾ ਲੱਗ ਜੂ ਆਉਣ ਵਾਲੇ ਦਿਨਾਂ ਦੇ ਵਿੱਚ। ਜੀ। ਦਵਿੰਦਰ ਜੀ, ਇਸ ਤੋਂ ਪਹਿਲੀ ਸਰਕਾਰ ਵੱਲੋਂ ਵੀ ਜਿਹੜੀ ਹੈ ਪੰਜਾਬ 'ਚ ਇਹ ਓਕੂ ਬਣਾਇਆ ਗਿਆ ਸੀ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਉਹ ਕੀ ਕੁਝ ਕੰਮ ਕਰ ਰਿਹਾ, ਉਹਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿ ਰਹੀ ਹੈ? ਹਾਂ, ਇਹ ਤੁਸੀਂ ਚੰਗਾ ਹੋਇਆ ਯਾਦ ਕਰਾਤਾ। ਕੀ ਹੋਇਆ ਸੀ ਵੀ ਗੈਂਗਸਟਰਸ ਦਾ ਜਿਹੜਾ ਰੌਲਾ ਪੈਂਦਾ ਹੈ ਉਹ ਸਾਲ 2012-13 ਤੋਂ ਜਿਹੜੇ ਹੈ ਗੈਂਗਸਟਰਸ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਸੀ। ਜੀ। ਬਿਲਕੁਲ। ਆਪਾਂ ਦੇਖਦੇ ਹਾਂ 2015 ਦੇ ਵਿੱਚ ਜਦੋਂ ਨਾਭਾ ਜੇਲ੍ਹ ਬ੍ਰੇਕ ਹੋਇਆ, ਜੀ। ਵੱਡੇ ਵੱਡੇ ਗੈਂਗਸਟਰ ਤੇ ਜਿਹੜੇ ਹੈ ਅੱਤਵਾਦੀ ਜਿਹੜੇ ਆ ਉਹ ਜੇਲ੍ਹ ਤੋੜ ਕੇ ਭੱਜ ਗਏ ਸੀ। ਉਸ ਤੋਂ ਬਾਅਦ ਕੀ ਹੋਇਆ, ਪੁਲਿਸ ਨੇ ਇੱਕ ਜੋ ਮੇਰੀ ਮੁੱਢਲੀ ਜਾਣਕਾਰੀ ਦੇ ਮੁਤਾਬਕ ਆਈਜੀ ਰੈਂਕ ਦੇ ਇੱਕ ਅਫਸਰ ਦੇ ਅਧੀਨ ਇੱਕ ਐਸਟੀਐਫ ਦਾ ਗਠਨ ਕੀਤਾ ਸੀਗਾ। ਜੀ। ਉਸ ਐਸਟੀਐਫ ਨੇ ਕੰਮ ਕੀਤਾ। ਚਲੋ ਉਹ ਐਸਟੀਐਫ ਪੂਰੀ ਦੀ ਪੂਰੀ ਜਿਹੜੇ ਆ ਉਹ ਇੰਟੈਲੀਜੈਂਸ ਵਿੰਗ ਦੇ ਅਧੀਨ ਜਿਹੜਾ ਉਹ ਕੰਮ ਕਰਦੇ ਸੀ। ਜੀ। ਉਸ ਤੋਂ ਬਾਅਦ ਕੀ ਹੋਇਆ, ਜਦੋਂ 2017 ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਤਾਂ ਉਹਨਾਂ ਨੇ ਨਸ਼ਿਆਂ ਦਾ ਲੱਕ ਤੋੜਨਾ ਸੀ, ਕਿਉਂਕਿ 4 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਇੱਕ ਸਪੈਸ਼ਲ ਇੱਕ ਟਾਸਕ ਫੋਰਸ ਨਸ਼ਿਆਂ ਦੇ ਮਸਲੇ ਤੇ ਬਣਾਤੀ, ਜਿਹਦਾ ਇੰਚਾਰਜ ਲਾਇਆ ਹਰਪ੍ਰੀਤ ਸਿੰਘ ਸਿੱਧੂ ਨੂੰ, ਤਾਂ ਜੋ 4 ਹਫ਼ਤਿਆਂ 'ਚ ਨਸ਼ਿਆਂ ਦਾ ਲੱਕ ਤੋੜ ਦੇਣ। ਜੀ। ਬਿਲਕੁਲ। ਉਹ ਜਦੋਂ ਐਸਟੀਐਫ ਇੱਕ ਬਣ ਗਈ ਤਾਂ ਫਿਰ ਉਸ ਐਸਟੀਐਫ ਦਾ ਪੁਲਿਸ ਦੇ ਵਿੱਚ ਇਹ ਚਰਚਾ ਚੱਲੀ ਵੀ ਉਹ ਜਿਹੜੀ ਗੈਂਗਸਟਰਸ ਨਾਲ ਸਿੱਝਣ ਲਈ ਉਸ ਐਸਟੀਐਫ ਦਾ ਨਾਮ ਬਦਲ ਕੇ ਪੰਜਾਬ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਬਣਾ ਦਿੱਤਾ ਗਿਆ, ਓਕੂ। ਉਹਦੇ ਇੰਟਰਸਟਿੰਗ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਅੰਮ੍ਰਿਤਸਰ ਦੇ ਇੱਕ ਸ਼ਹਿਰ ਦੇ ਇੱਕ ਹਲਕੇ ਤੋਂ ਚੋਣ ਜਿੱਤੇ ਨੇ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਜੀ। ਸਿੰਘ, ਉਹ ਵੀ ਉਹਦੇ 'ਚ ਕੰਮ ਕਰ ਚੁੱਕੇ ਨੇ। ਬਿਲਕੁਲ। ਇਸ ਵੇਲੇ 300 ਤੋਂ ਵੱਧ ਮੁਲਾਜ਼ਮ ਓਕੂ ਦੇ ਵਿੱਚ ਕੰਮ ਕਰਦੇ ਨੇ। ਬਠਿੰਡਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਦੇ ਵਿੱਚ ਓਕੂ ਦੇ ਦਫ਼ਤਰ ਨੇਗੇ, ਜੀ। ਉੱਥੇ ਵੀ ਮੁਲਾਜ਼ਮ ਤਾਇਨਾਤ ਨੇ। ਜੀ। ਇਹਦਾ ਮਤਲਬ ਇੱਥੋਂ ਇਹ ਨਿਕਲਦਾ ਹੈ ਵੀ ਜਾਂ ਤਾਂ ਸਾਡੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਪੰਜਾਬ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਜੀ। ਵੀ ਜੀ ਗੈਂਗਸਟਰ ਦੇ ਨਾਲ ਸਿੱਝਣ ਲਈ ਤਾਂ ਆਲਰੇਡੀ ਸਾਡੇ ਕੋਲ ਹੈਗਾ ਇੱਕ ਬਣਾਇਆ ਹੋਇਆ ਦਸਤਾ, ਜਾਂ ਉਹਨਾਂ ਨੇ ਪੁੱਛਣਾ ਹੀ ਨਹੀਂ ਚਾਹਿਆ। ਦੋਨਾਂ 'ਚ ਇੱਕ ਗੱਲ ਹੈਗੀ ਹੈ, ਤਾਲਮੇਲ ਦੀ ਜਿਹੜੀ ਹੈ ਉਹ ਇੱਕ ਘਾਟ ਜਿਹੜੀ ਆ ਉਹ ਰੜਕ ਰਹੀ ਹੈ। ਜਾਂ ਤਾਂ ਪੁਲਿਸ ਵਾਲੇ ਦੱਸਦੇ ਹੀ ਨਹੀਂ, ਜੀ। ਓਲਾ ਰੱਖਦੇ ਨੇ, ਲੁਕੋ ਰੱਖਦੇ ਨੇ, ਤੇ ਜਾਂ ਚੀਫ ਮਿਨਿਸਟਰ ਸਾਹਿਬ ਪੁੱਛਦੇ ਹੀ ਨਹੀਂਗੇ, ਜਾਂ ਉਹਨਾਂ ਦਾ ਦਫ਼ਤਰ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਇਹ ਪੁੱਛਦਾ ਹੀ ਨਹੀਂ ਵੀ ਇਸ ਵੇਲੇ ਕੀ ਕੁਝ ਕੰਮ ਚੱਲ ਰਿਹਾ। ਹੁਣ ਕੱਲ ਨੂੰ ਤੁਸੀਂ ਕਹੋਗੇ ਵਿਜੀਲੈਂਸ ਬਿਊਰੋ ਨਵੀਂ ਇੱਕ ਕਰਪਸ਼ਨ ਨੂੰ ਖਤਮ ਕਰਨ ਲਈ ਇੱਕ ਨਵਾਂ ਵਿੰਗ ਬਣਾਉਣਾ, ਉਹ ਵਿਜੀਲੈਂਸ ਬਿਊਰੋ ਆਲਰੇਡੀ ਹੈਗੀ, ਜੀ। ਉਹ ਤੋਂ ਕੰਮ ਲੈ ਲਓ। ਮਤਲਬ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ ਉਹਦੇ ਬਾਰੇ ਬਾਕਾਇਦਾ ਇੱਕ ਡਿਪਾਰਟਮੈਂਟ ਦੀ ਸਮੀਖਿਆ ਹੋਣੀ ਚਾਹੀਦੀ ਹੈ। ਪੰਜਾਬ ਪੁਲਿਸ ਦੀ ਪੂਰੀ ਮੁੱਖ ਮੰਤਰੀ ਪੱਧਰ ਤੇ ਸਮੀਖਿਆ ਹੋਣੀ ਚਾਹੀਦੀ ਹੈ, ਕਿਹੜੇ ਕਿਹੜੇ ਵਿੰਗ ਕੰਮ ਕਰਦੇ ਨੇ, ਕਿਹੜੇ ਵਿੰਗ ਦੀ ਹੁਣ ਤੱਕ ਦੀ ਪ੍ਰੋਗਰੈਸ ਕੀ ਹੈ, ਵੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਜਾਂ ਬਾਦਲਾਂ ਦੇ ਰਾਜ 'ਚ ਉਸ ਯੂਨਿਟ ਦੀ ਪ੍ਰੋਗਰੈਸ ਕੀ ਹੈ। ਫਿਰ ਤੁਸੀਂ ਕਹੋ ਵੀ ਇਹਨੂੰ ਡਿਸਬੈਂਡ ਕਰਕੇ ਇਹਦੇ ਚੰਗੇ ਅਫਸਰ ਲਾਵਾਂਗੇ, ਚੰਗਾ ਸਾਰਾ ਕੁਛ ਇਹ 'ਚ ਕਰਾਂਗੇ। ਇਹਦਾ ਆਹ ਸੀ ਪਹਿਲਾਂ, ਇਹਦੀ ਪ੍ਰਗਤੀ ਜਿਹੜੀ ਆ ਉਹ ਠੀਕ ਨਹੀਂ ਰਹੀ। ਇਹ ਸਾਡੀਆਂ ਇੱਛਾਵਾਂ ਤੇ ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹਦੇ ਮੁਤਾਬਕ ਇਹ ਖਰੇ ਨਹੀਂ ਉਤਰ ਰਹੇ। ਜੀ। ਫਿਰ ਉਹਦੇ 'ਚ ਉਹ ਇੱਕ ਸੁਧਾਰ ਵਾਲਾ ਕੰਮ ਹੋਣਾ ਚਾਹੀਦਾ ਹੈ।
ਤੇ ਨਾ ਕਿ ਨਵੇਂ-ਨਵੇਂ ਯੂਨਿਟ ਬਣਾ ਦਿਓ, ਉਹਨਾਂ ਦਾ ਨਹੀਂ। ਹਾਂ, ਹੋਣਾ ਚਾਹੀਦਾ ਹੈ, ਪਰ ਸਾਰੇ ਡਿਪਾਰਟਮੈਂਟ ਦਾ ਰਿਵਿਊ ਕਰਨ ਕਰਨ ਤੋਂ ਬਾਅਦ ਇੱਕ ਨਵਾਂ ਤਰੀਕਾਕਾਰ ਹੋਣਾ ਚਾਹੀਦਾ। ਜੀ। ਦਵਿੰਦਰ ਜੀ, ਪੰਜਾਬ 'ਚ ਗੈਂਗਵਾਰ ਅਤੇ ਜਿਹੜੀ ਫਰੋਤੀ ਦੀ ਮੰਗ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਪਿਛਲੇ ਕੁਝ ਦਿਨਾਂ 'ਚ ਹੀ ਦੇਖੀਏ ਤਾਂ ਕਈ ਥਾਵਾਂ 'ਤੇ ਜਿਹੜਾ ਹੈ ਗੋਲੀਬਾਰੀ ਦੀ ਘਟਨਾਵਾਂ ਵੀ ਹੋ ਚੁੱਕੀਆਂ ਨੇ, ਅਤੇ ਇਸ ਵਿੱਚ ਵੱਡੀ ਗਿਣਤੀ 'ਚ ਨੌਜਵਾਨ ਸ਼ਾਮਲ ਨੇ। ਕਹੀਏ ਤਾਂ ਹੁਣ ਤੱਕ ਦੇ ਜੋ ਡਾਟੇ ਆ ਰਹੇ ਨੇ, 41% ਨੌਜਵਾਨ ਅਜਿਹੀ ਘਟਨਾਵਾਂ 'ਚ ਸ਼ਾਮਲ ਨੇ। ਇਸ ਸਭ ਨੂੰ ਕਿਵੇਂ ਦੇਖੋਗੇ? ਬਿਨਾਂ ਸ਼ੱਕ ਜਿਹੜਾ ਪੰਜਾਬ ਦਾ ਯੂਥ ਹੈ, ਉਹ ਗੈਂਗਸਟਰਜ਼ ਵੱਲ ਪਿਛਲੇ ਦੌਰ ਦੇ ਵਿੱਚ ਕਾਫੀ ਪ੍ਰਭਾਵਿਤ ਹੋਇਆ। ਜੀ। ਇੱਥੋਂ ਤੱਕ ਕਿ ਅਸੀਂ ਕਹਾਂਗੇ ਵੀ ਕੋਈ ਜਿਹੜੇ ਮੁੰਡੇ ਇਸ ਅਪਰਾਧ ਦੇ ਜਗਤ ਦੇ ਵਿੱਚ ਸ਼ਾਮਲ ਹੋਏ, ਇਸ ਦੁਨੀਆ ਦੇ ਵਿੱਚ ਅਪਰਾਧ ਵਿੱਚ ਸ਼ਾਮਲ ਹੋਏ, ਉਹ ਕੋਈ ਗਰੀਬ ਘਰਾਂ ਦੇ ਜਾਂ ਇਹ ਨਹੀਂ ਸੀ ਵੀ ਭੁੱਖੇ ਮਰਦੇ ਸੀ। ਜੀ। ਚੰਗੇ ਘਰਾਂ ਦੇ, ਸਰਦੇ ਪੁੱਜਦੇ ਘਰਾਂ ਦੇ ਜਿਹੜੇ ਹੈ ਯੂਥ, ਜਿਹੜਾ ਹੈ ਨੌਜਵਾਨ, ਇਸ ਅਪਰਾਧ ਦੀ ਦੁਨੀਆ 'ਚ ਉਹਨਾਂ ਨੇ ਪੈਰ ਰੱਖਿਆ, ਜਿਹੜਾ ਕਿ ਮੰਦਭਾਗਾ ਹੈ। ਉਹ ਕਿਵੇਂ ਅਟਰੈਕਟ ਹੋਏ, ਕਿਵੇਂ ਕਿਹੋ ਜਿਹਾ ਮਾਹੌਲ ਬਣਿਆ, ਕੀ ਹੋਇਆ, ਇਹ ਇੱਕ ਚਲੋ ਇੱਕ ਵੱਖਰੇ ਅਧਿਐਨ ਦਾ ਵਿਸ਼ਾ ਹੈ। ਆਪਾਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਤਾਂ ਇਹਨੂੰ ਡਿਸਕਸ ਨਹੀਂ ਕਰ ਸਕਦੇ। ਪਰ ਹਾਂ, ਇਹ ਦੁਨੀਆ ਪੱਧਰ 'ਤੇ ਮੰਨਿਆ ਜਾਂਦਾ ਵੀ ਜਿਹੜੇ ਇਸ ਤਰ੍ਹਾਂ ਦੀ ਹਿੰਸਾ ਹੈ, ਜਿਹੜੀ ਚਾਹੇ ਉਹ ਗੈਂਗਵਾਰ ਹੈ, ਚਾਹੇ ਕੋਈ ਹੋਰ ਹੈ, ਇਸ ਤਰ੍ਹਾਂ ਦੀ ਹਿੰਸਾ ਹੈ, ਜਿਹੜੀ ਆਰਗੇਨਾਈਜ਼ਡ ਜਿਹੜਾ ਕ੍ਰਾਈਮ ਹੈ, ਉਹਦੇ 'ਚ 41% ਜਿਹੜਾ ਹੈ ਯੂਥ ਸ਼ਾਮਲ ਹੁੰਦਾ ਹੈ। ਯੂਥ ਦੀ ਹੀ ਜਿਹੜਾ ਉਹ ਮਰਦਾ ਹੈਗਾ। ਤੁਸੀਂ ਇਹ ਦੇਖ ਲਓ, ਤਕਰੀਬਨ ਅੱਧਾ ਜਿਹੜਾ ਕਤਲ ਹੈ ਉਹ ਯੂਥ ਦਾ ਹੁੰਦਾ ਹੈ, ਜਿਹੜਾ ਕਿ ਬਹੁਤ ਮੰਦਭਾਗਾ ਹੈ। ਪੰਜਾਬ ਦੇ ਮਸਲੇ ਦੇ ਵਿੱਚ ਹੁਣ ਹਾਲਾਤ ਇੱਥੋਂ ਤੱਕ ਪਹੁੰਚੇ ਹੋਏ ਨੇ ਵੀ ਫਰੌਤੀ ਦੀਆਂ ਜਿਹੜੀਆਂ ਕਾਲਸ ਨੇ, ਉਹ ਬਾਹਰ ਬੈਠੇ ਜਿਹੜੇ ਕੁਝ ਗੈਂਗਸਟਰਸ ਨੇ, 3-4 ਜੋ ਪੰਜਾਬ ਪੁਲਿਸ ਦੇ ਅਫਸਰ ਦੱਸਦੇ ਨੇ, ਉਹਨਾਂ ਵੱਲੋਂ ਕਾਲਸ ਜਿਹੜੀਆਂ ਉਹ ਆਉਂਦੀਆਂ ਨੇ। ਪੰਜਾਬ ਦੇ ਵਿੱਚ ਹਾਲਾਤ ਇਹ ਬਣੇ ਹੋਏ ਨੇ ਵੀ ਕਿਸੇ ਬੰਦੇ ਨੂੰ ਜੇ ਕਾਲ ਚਲੀ ਜਾਂਦੀ ਹੈ ਤਾਂ ਉਹ ਪੁਲਿਸ ਨੂੰ ਦੱਸਣ ਦੀ ਜ਼ਹਿਮਤ ਨਹੀਂ ਉਠਾਉਂਦਾ, ਕਿਉਂਕਿ ਉਹਨੂੰ ਭਰੋਸਾ ਹੀ ਨਹੀਂ ਪੁਲਿਸ ਤੇ ਵੀ ਮੈਂ ਸੁਰੱਖਿਅਤ ਰਹਿ ਜੂ। ਉਹ ਕਹਿੰਦਾ ਪੈਸੇ ਦੇ ਕੇ ਖੜਾ ਛਡਾਓ, ਪੁਲਿਸ ਪਤਾ ਨਹੀਂ ਮਰਵਾ ਹੀ ਦੇਵੇ। ਜੀ। ਇੱਕ ਸਭ ਤੋਂ ਵੱਡੀ ਗੱਲ ਇਹ ਹੈ ਨਾ ਵੀ ਆਪਾਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਵੀ STF ਦਾ ਮਕਸਦ ਉਦੋਂ ਪੂਰਾ ਹੁੰਦਾ ਜਦੋਂ ਲੋਕਾਂ ਦੇ ਵਿੱਚ ਸਹਿਮ ਖਤਮ ਹੋਵੇ, ਲੋਕਾਂ ਦੇ ਮਨਾਂ 'ਚੋਂ ਦਹਿਸ਼ਤ ਖਤਮ ਹੋਵੇ ਵੀ ਅਸੀਂ ਥਾਣੇ ਜਾਵਾਂਗੇ, ਅਸੀਂ SP ਕੋਲ ਜਾਵਾਂਗੇ, ਅਸੀਂ DSP ਕੋਲ ਜਾਵਾਂਗੇ, ਜਾਂ ਅਸੀਂ DGP ਕੋਲ ਜਾਵਾਂਗੇ। ਜੀ। ਜਦੋਂ ਅਸੀਂ ਚਲੇ ਗਏ ਅਸੀਂ ਸੁਰੱਖਿਅਤ ਹੈ, ਸਾਨੂੰ ਕੋਈ ਹਿਲਾ ਨਹੀਂ ਸਕਦਾ, ਜਿਵੇਂ ਫੌਰਨ 'ਚ ਹੁੰਦਾ ਹੈ। ਜੀ, ਬਿਲਕੁਲ। ਅਸੀਂ ਜਦੋਂ ਉੱਥੇ ਪੁਲਿਸ ਵਾਲਾ ਦਿਸ ਜਾਂਦਾ, ਲੋਕਾਂ ਨੂੰ ਚਾਅ ਚੜ੍ਹ ਜਾਂਦਾ ਹੈ। ਸਾਡੇ ਤਾਂ ਪੁਲਿਸ ਵਾਲਾ ਦਿਸ ਜੇ ਤਾਪ ਚੜ੍ਹ ਜਾਂਦਾ ਹੈ ਵੀ ਲੈ ਪੈ ਗਿਆ ਪੰਗਾ। ਇਸ ਲਈ ਜਿਹੜਾ ਇਹ ਇੱਕ ਮਾਹੌਲ ਸਿਰਜਣ ਦੀ ਲੋੜ ਹੈ ਵੀ ਜਦੋਂ ਮਤਲਬ ਪੁਲਿਸ ਦੀ ਲੋੜ ਪੈ ਗਈ ਤੇ ਪੁਲਿਸ ਆ ਗਈ, ਪੁਲਿਸ ਮਿਲ ਗਈ, ਪੁਲਿਸ ਦੀ ਮਦਦ ਮਿਲ ਗਈ, ਤਾਂ ਸਾਰਾ ਸੰਕਟ ਦੂਰ ਹੋ ਗਏ। ਇਹ ਨਹੀਂ ਹੈਗਾ ਵੀ ਜੇ ਕਿਸੇ ਨੂੰ ਥਾਣੇ ਪੈ ਗਏ ਤਾਂ ਸੰਕਟ ਸ਼ੁਰੂ ਹੋ ਗਏ। ਜ਼ਿਆਦਾਤਰ ਕੇਸਿਸ ਦੇ ਵਿੱਚ ਇੱਥੇ ਇਹ ਹੁੰਦਾ ਹੈ ਵੀ ਪੁਲਿਸ ਕੋਲ ਜਾਣਾ ਹੀ ਵੱਡਾ ਸੰਕਟ ਹੈ। ਪੁਲਿਸ ਕੋਲ ਜਾਣਾ ਕਈ ਵਾਰੀ ਸੰਕਟ ਸਹੇੜਨਾ ਹੁੰਦਾ ਹੈ, ਤੇ ਇਹ ਬੰਦਾ ਕਹਿੰਦਾ ਵੀ ਬਾਹਰੇ ਬਾਹਰ ਨਿਬੇੜ ਲਓ, ਪੁਲਿਸ ਕੋਲ ਨਾ ਹੀ ਜਾਣਾ ਪਵੇ। ਇਸ ਲਈ ਮਾਹੌਲ ਐਸਾ ਬਣਾਉਣ ਦੀ ਲੋੜ ਹੈ ਸਾਡੇ ਮੌਜੂਦਾ ਮੁੱਖ ਮੰਤਰੀ ਨੂੰ ਤੇ ਮੌਜੂਦਾ ਸਰਕਾਰ ਨੂੰ। ਪੁਲਿਸ ਦਾ ਭੈ ਨਾ ਹੋਵੇ, ਅਪਰਾਧੀਆਂ ਨੂੰ ਪੁਲਿਸ ਦਾ ਭੈ ਹੋਵੇ, ਸ਼ਰੀਫ ਬੰਦੇ ਨੂੰ ਨਾ ਹੋਵੇ। ਜੀ। ਸ਼ਰੀਫ ਬੰਦਾ ਪੁਲਿਸ ਕੋਲ ਜਾ ਕੇ ਸੁਰੱਖਿਅਤ ਮਹਿਸੂਸ ਕਰੇ, ਸੇਫ ਮਹਿਸੂਸ ਕਰੇ, ਉਹ ਸਮਝੇ ਵੀ ਪੁਲਿਸ ਦੀ ਪ੍ਰੋਟੈਕਸ਼ਨ ਮਿਲ ਗਈ ਤਾਂ ਮੇਰਾ ਜਾਨ ਵੀ ਬਚ ਗਈ, ਮੇਰਾ ਮਾਲ ਵੀ ਬਚ ਗਿਆ, ਮੇਰਾ ਸਭ ਕੁਝ ਬਚ ਗਿਆ। ਦਵਿੰਦਰ ਜੀ, ਹੁਣ ਆਖਰੀ ਸਵਾਲ ਦੀ ਗੱਲ ਕਰੀਏ ਤਾਂ ਪੰਜਾਬ ਇੱਕ ਬਾਰਡਰ ਸਟੇਟ ਹੈ। ਇਸ ਸਟੇਟ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਕਰਨ ਲਈ ਭਗਵੰਤ ਮਾਨ ਸਰਕਾਰ ਨੂੰ ਕਿਸ ਤਰ੍ਹਾਂ ਦੇ ਫੈਸਲੇ ਲੈਣੇ ਚਾਹੀਦੇ ਨੇ? ਕੀ ਕੁਝ ਹੋਰ ਬਦਲਾਅ ਕਰਨ ਦੀ ਲੋੜ ਲੱਗਦੀ ਹੈ? ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ, 35-35, 40-40, 20-20 ਬੰਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਿਹੜੇ ਸਿਕਿਉਰਿਟੀ ਦੇ ਦਿੱਤੇ ਨੇ, ਸੁਰੱਖਿਆ ਦਿੱਤੇ ਨੇ, ਉਹਦਾ ਵੀ ਰਿਵਿਊ ਇਹਨਾਂ ਨੂੰ ਕਰਨਾ ਚਾਹੀਦਾ ਹੈ। ਇਹ ਇੱਕਦਮ 10 ਮਾਰਚ ਤੋਂ ਬਾਅਦ ਆਮ ਆਦਮੀ ਪਾਰਟੀ ਵਾਲਿਆਂ ਨੂੰ ਖਤਰਾ ਕਿਉਂ ਹੋ ਗਿਆ ਜੀ? ਉਦੋਂ ਪਹਿਲਾਂ ਤਾਂ ਖਤਰਾ ਨਹੀਂ ਸੀ, ਤਾਂ ਆਮ ਆਦਮੀ ਨੇ। ਜੀ। ਜਦੋਂ ਸਾਨੂੰ ਅਕਾਲੀਆਂ ਨੂੰ, ਕਾਂਗਰਸੀਆਂ ਨੂੰ, ਪੁਲਿਸ ਵਾਲਿਆਂ ਨੂੰ, ਹਾਲਾਂਕਿ ਇਵਨ ਕਿ ਪੁਲਿਸ ਅਫਸਰ 70-70, 80-80 ਗਨਮੈਨ ਲਈ ਫਿਰਦੇ ਨੇ। ਜੇ ਕਿਸੇ ਨੂੰ ਖਤਰਾ ਹੀ ਹੈ, ਦੋ ਬੰਦੇ ਵੀ ਉਹਨੇ ਬਚਾ ਕਰ ਸਕਦੇ ਨੇ। ਮੈਂ ਤਾਂ ਹੈਰਾਨ ਹੈ, SP DIG ਰੈਂਕ ਦੇ ਬੰਦੇ, ਉਹਨਾਂ ਦੇ ਜਵਾਕ ਨਹੀਂ ਘਰੋਂ ਨਾ ਬਾਹਰ ਨਿਕਲਦੇ ਗਨਮੈਨ ਤੋਂ ਬਿਨਾਂ। ਜੀ। ਉਹ ਕਹਿੰਦੇ, ਮੈਂ ਕਿਹਾ ਜੀ ਕਿਉਂ? ਕਹਿੰਦੇ ਜੀ ਆਦਤ ਪੈ ਗਈ। ਕੈਸੀਆਂ ਆਦਤਾਂ ਨੇ ਇਹ? ਲੋਕਾਂ ਦੇ ਟੈਕਸਿਸ ਤੇ ਤੁਸੀਂ ਆਨੰਦ ਮਾਣ ਰਹੇ ਹੋ ਇਸ ਤਰ੍ਹਾਂ ਦਾ। ਮਤਲਬ ਇਹੋ ਜਿਹੀਆਂ ਆਦਤਾਂ ਦੂਰ ਕਰਨ ਲਈ ਬਾਰਡਰ ਸਟੇਟ ਹੈ। ਦੇਖੋ, ਪਾਕਿਸਤਾਨ ਜਿਹੜੀ ਲੁਕਵੀਂ ਜੰਗ ਹਮੇਸ਼ਾ ਖੇਡਦਾ ਹੈ, ਜਿਸ ਤਰ੍ਹਾਂ ਇਹ ਦੋਸ਼ ਲੱਗਦੇ ਨੇ ਵੀ ਪਾਕਿਸਤਾਨ 'ਚੋਂ ਹਥਿਆਰ ਆਉਂਦੇ ਨੇ, ਹਮੇਸ਼ਾ ਪੰਜਾਬ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਗੜਬੜ ਜਿਹੜੀ ਹੈ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਲਈ ਭਗਵੰਤ ਮਾਨ ਦੀ ਸਰਕਾਰ ਲਈ ਸਭ ਤੋਂ ਵੱਡਾ ਚੈਲੰਜ ਤੇ ਸਭ ਤੋਂ ਵੱਡੀ ਪ੍ਰਾਇਓਰਟੀ ਸੁਰੱਖਿਆ ਦੇ ਤੋਂ ਅੱਤਵਾਦ, ਗੈਂਗਸਟਰ, ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣਾ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਕਰਨਾ, ਇਹ ਪ੍ਰਮੁੱਖਤਾ ਹੋਣੀ ਚਾਹੀਦੀ ਹੈ। ਨਾ ਕਿ ਕਿਸੇ ਨੂੰ ਗਨਮੈਨ ਦੇਣੇ, ਟਰਾਂਸਫਰਾਂ ਕਰਨੀਆਂ ਤੇ ਝੂਠੇ ਪਰਚੇ ਦਰਜ ਕਰਨੇ। ਇਸ ਲਈ ਇਹ ਪ੍ਰਾਇਓਰਟੀ ਨਹੀਂ ਹੋਣੀ ਚਾਹੀਦੀ। ਪ੍ਰਾਇਓਰਟੀ ਜਿਹੜੀ ਹੈ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਹੋਣੀ ਚਾਹੀਦੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ।
ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।